बना दो। आज सवेरे मैं ये कर रहा था तो मैं सोचा कि प्रे करते करते मैं क्या कि प्रभु आज तेरा की बच्चा होना चाहिए कोई देर तक कोई बच्चा नहीं कोई बच्चे नहीं जा वचन करते प्रेयर करते करते मेरे मन के विचों एक आवाज आई कि जो कुछ तेरे कोल है इनू तकड़ाई नाल फड़ी रख तां जो तेरे जीवन का मुकट तेरे कोल कोई होना होवे। प्रकाशित वाक्य 3 बाब दी 11 अज इसका खुलासा करांगे। प्रकाशित वाक्य 3 बाब दी 11 मैं छेती आउंदा हां जी। जो कुछ तेरे कोल है जो कुछ तेरे कोल है सो तकड़ाई नाल फड़ी रख सो इनू तू तकड़ाई नाल फड़ी रख किते इਉਂ ना होवे किते इਉਂ ना होवे भई कोई तेरा मुकुट ले जावे कोई तेरा मुकुट ले जावे। मेरे तो किहड़ी चीज आ जिन्हों अज परमेश्वर दे आत्मा कह रही कि जो कुछ तेरे कोल है इनू तकड़ाई नाल फड़ी रख तां जो तेरे जीवन का मुकुट कोई खो ना लवे। सो मेरे जो इहदे असीं इस गल का जवाब जिहड़ा अयूब नबी दी पुस्तक 27 बाब दी 6 पढ़ते हैं इस गल का तुहानूं जवाब मिलेगा कि किहड़ी चीज़ है जिन्होंने असीं तकड़ाई नाल फड़ी रखना। अयूब 27 मैं अपना धर्म तकड़ाई नाल फड़िया मैं अपना धर्म तकड़ाई दे नाल फड़ी रखिया। अयूब नबी ये कह रहा ਅਤੇ ਉਹਨੂੰ ਨਾ ਜਾਣ ਦਿਆਂਗਾ ਅਤੇ ਉਹਨੂੰ ਮੈਂ ਕਦੀ ਵੀ ਨਾ ਜਾਣ ਦਿਆਂਗਾ। ਸੋ ਮੇਰੇ ਮੇਰਾ ਦਿਲ ਮੈਨੂੰ ਉਮਰ ਭਰ ਉਲਾਮਾ ਨਾ ਦੇਵੇਗਾ। ਮੇਰਾ ਦਿਲ ਕਹਿੰਦਾ ਜੀਵਨ ਭਰ ਮੈਨੂੰ ਆਰਾਮ ਨਾ ਦੇਵੇਗਾ। ਮੇਰੇ ਅਜ਼ੀਜ਼ੋ ਇਹ ਖੁਦਾ ਦਾ ਬੰਦਾ ਅਯੂਬ ਨਬੀ ਕਹਿ ਰਿਹਾ ਕਿ ਜਿਹੜਾ ਮੇਰਾ ਧਰਮ ਆ ਉਹਨੂੰ ਮੈਂ ਤਕੜਾਈ ਨਾਲ ਫੜੇ ਰੱਖਣਾ। ਪ੍ਰਭੂ ਯਿਸੂ ਮਸੀਹ ਦਾ ਵਚਨ ਮੇਰੇ ਅਜ਼ੀਜ਼ੋ ਜਿਹਦੇ ਕੋਲ ਅੱਜ ਪ੍ਰਭੂ ਯਿਸੂ ਮਸੀਹ ਦਾ ਵਚਨ ਆ ਉਹਦੇ ਕੋਲ ਪ੍ਰਭੂ ਯਿਸੂ ਮਸੀਹ ਆ। ਕਿਉਂਕਿ ਯਹੂਨਾ ਨਬੀ ਦੀ ਪੁਸਤਕ ਜਦੋਂ ਆਪਾਂ 1:1 ਪੜ੍ਹਦੇ ਹਾਂ ਤਾਂ ਉਹਦੇ ਵਿੱਚ ਲਿਖਿਆ ਆਦਿ ਵਿੱਚ ਵਚਨ ਸੀ, ਵਚਨ ਪਰਮੇਸ਼ਵਰ ਦੇ ਸੰਗ ਸੀ ਔਰ ਵਚਨ ਹੀ ਪਰਮੇਸ਼ਵਰ ਸੀ। ਮੇਰੇ ਅਜ਼ੀਜ਼ੋ ਇਹ ਵਚਨ ਹੀ ਆ ਜਿਹੜਾ ਇਹੀ ਪਰਮੇਸ਼ਵਰ ਆ। ਔਰ ਅੱਜ ਜਿਹੜਾ ਖੁਦਾ 3 ਚੀਜ਼ਾਂ ਦੇ ਨਾਲ ਰਿਪਰੈਜ਼ੈਂਟ ਕੀਤਾ ਜਾਂਦਾ। ਪਹਿਲਾ ਯਹੋਵਾ ਪਰਮੇਸ਼ਵਰ, ਦੂਸਰਾ ਪ੍ਰਭੂ ਯਿਸੂ ਮਸੀਹ और तीसरा पवित्र आत्मा, बाप बेटा और रूह कुदस खुदा दा पवित्र आत्मा। मेरे जो ये आ प्रभु यीशु मसीह पवित्र आत्मा सानू प्रभु यीशु मसीह की सामर्थ नूं उहदी शक्ति नूं दर्शाउंदा है। जो कुछ भी अज इस दुनिया दे विच हो रहा सारा कुछ पवित्र आत्मा की गवाही दे नाल हो रहा। जो भी बड़े बड़े अजीब और चंबे काम है, चिन्ह और चमत्कार हो रहे, सारा कुछ पवित्र आत्मा की गवाही ना हो रहा। क्योंकि खुदा दे पाक कलाम च लिखिया कि पवित्र आत्मा की गवाही ना किया है वचन कभी भी खाली हाथ नहीं लौटता। मेरे जो जेडे पवित्र आत्मा पाए इंसान जेड़ा शब्द उन्होंने मूँह के विचों निकल जाता वो पूरा हो जाता है। सो ये है कि मेरा धर्म जेड़ा है अयूब नूं भी कहता कि मैं उन्होंने तकड़ाई नाल फड़ी रखना। प्रभु यीशु मसीह का वचन दाऊद नूं भी कहता कि खुदा तेरा वचन मैं अपने मन में जमा कर लिया ताकि तेरे खिलाफ कोई पाप ना करा। मेरे जो खुदा का पाक वचन है जिहड़ा यही साडा असली धर्म है। इस चीज़ को असीं तकड़ाई दे नाल आखिरी साह तक फड़ी रखना है। और होर इहदी गहराई में जावांगे। कौतां दी किताब 14 बाब की 18 पढ़ी। कौतां दी पुस्तक 14 बाब की 18 गुणा पाउण नाल झगड़े मुक जांदे हन। कौतां 14 ਦੇ 18 ਭੋਲਿਆਂ ਲੋਕਾਂ ਦੇ ਵੰਡੇ ਵਿੱਚ ਤਾਂ ਮੂਰਖਤਾਈ ਹੁੰਦੀ ਹੈ। ਭੋਲੇ ਲੋਕਾਂ ਦੇ ਵੰਡੇ ਵਿੱਚ ਤਾਂ ਕਹਿੰਦਾ ਮੂਰਖਤਾਈ ਆਉਂਦੀ ਆ। ਪਰ ਸਿਆਣਿਆਂ ਦੇ ਸਿਰ ਉੱਤੇ ਗਿਆਨ ਦਾ ਮੁਕਟ ਰੱਖਿਆ ਜਾਂਦਾ ਹੈ। ਸਿਆਣਿਆਂ ਦੇ ਸਿਰ ਦੇ ਉੱਤੇ ਗਿਆਨ ਦਾ ਮੁਕਟ ਰੱਖਿਆ ਜਾਂਦਾ ਹੈ। ਮੇਰੇ ਅਜ਼ੀਜ਼ੋ ਅਸੀਂ ਸਿਆਣੇ ਬਣਨਾ ਹੈ ਔਰ ਇਹ ਵਚਨ ਸਾਨੂੰ ਅਕਲ ਬੁੱਧ ਔਰ ਗਿਆਨ ਦੇਣ ਵਾਲਾ ਵਚਨ ਆ ਜਿਹੜਾ ਇਸ ਪਵਿੱਤਰ ਬਾਣੀ ਨੂੰ ਇਸ ਪਵਿੱਤਰ ਕਲਾਮ ਨੂੰ ਖੁਦਾ ਦੇ ਪਾਕ ਵਚਨ ਨੂੰ ਪੜ੍ਹ ਲੈਂਦਾ ਉਹਦੇ ਅੰਦਰ ਇਹੋ ਜਿਹੀ ਸਾਮਰਥ ਔਰ ਸ਼ਕਤੀ ਆ ਜਾਂਦੀ ਹੈ। ਇਹੋ ਜਿਹੀ ਉਹਨੂੰ ਅਕਲ ਬੁੱਧ ਔਰ ਗਿਆਨ ਵਾਲਾ ਆਤਮਾ ਉਹਦੇ ਅੰਦਰ ਆ ਜਾਂਦਾ
ਜਿਸ ਤਰ੍ਹਾਂ ਯਸ਼ਾਇਆ 11 ਬਾਬ ਦੀ 2 ਦੇ ਵਿੱਚ ਲਿਖਿਆ ਕਿ 7 ਤਰ੍ਹਾਂ ਦੇ ਆਤਮੇ ਉਹਨੇ ਦੱਸਿਆ ਕਿ ਉਹਨੂੰ ਇਹੋ ਜਿਹੇ ਖੁਦਾ ਸਮਝ ਬਖਸ਼ਦਾ ਕਿ ਬਹੁਤ ਪੜ੍ਹੇ ਲਿਖੇ ਲੋਕਾਂ ਨੂੰ ਵੀ ਉਹ ਫੇਲ ਕਰ ਸਕਦਾ, ਕਿਉਂਕਿ ਪ੍ਰਭੂ ਯਿਸੂ ਮਸੀਹ ਕੁਰਾਂਤੀਆਂ ਦੇ ਵਿੱਚ ਲਿਖਦੇ ਹਨ ਕਿ ਮੈਂ ਇਸ ਦੁਨੀਆ ਦੇ ਮੂਰਖਾਂ ਨੂੰ ਚੁਣ ਲਿਆ, ਮੈਂ ਇਸ ਦੁਨੀਆ ਨੂੰ ਜਿਹਨਾਂ ਨੂੰ ਅਸੀਂ ਨਕਦ ਸਮਝਦੇ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਚੁਣ ਲਿਆ। ਔਰ ਮੇਰੇ ਅਜ਼ੀਜ਼ੋ, ਜਿਹੜਾ ਇਸ ਖੁਦਾ ਦੇ ਪਾਕ ਵਚਨਾਂ ਨੂੰ ਪੜ੍ਹ ਲੈਂਦਾ ਉਹਨਾਂ ਦੇ ਅੰਦਰ ਬਹੁਤ ਵੱਡੀ ਅਕਲ, ਬੁੱਧ ਔਰ ਗਿਆਨ ਵਾਲਾ ਆਤਮਾ ਆ ਜਾਂਦਾ। 24 ਆਦਮੀ ਪੜ੍ਹੀਏ ਇਸੇ ਨੂੰ। ਬੁੱਧਵਾਨਾਂ ਦਾ ਧਨ ਉਹਨਾਂ ਦਾ ਮੁਕਟ ਹੈ, ਬੁੱਧਵਾਨਾਂ ਦਾ ਜਿਹੜਾ ਧਨ ਆ ਉਹਨਾਂ ਦਾ ਮੁਕਟ ਹੈ, ਪਰ ਮੂਰਖਾਂ ਦੀ ਲੜੀ ਮੂਰਖਤਾ ਹੀ ਹੈ। ਮੂਰਖਾਂ ਦੀ ਜਿਹੜੀ ਲੜੀ ਆ ਉਹਨਾਂ ਦੀ ਉਹ ਮੂਰਖਤਾ ਹੀ ਆ, ਉਹ ਆਪਣਾ ਉਹਦੇ ਵਿੱਚ ਹੀ ਕੰਮ ਕਰੀ ਜਾਂਦੇ ਆ, ਉਸੇ ਵਿੱਚ ਹੀ ਉਹ ਬਹੁਤ ਖੁਸ਼ ਆ ਮੂਰਖ ਲੋਕ। ਮੇਰੇ ਅਜ਼ੀਜ਼ੋ, ਬੁੱਧਵਾਨਾਂ ਦਾ ਜਿਹੜਾ ਧਨ ਆ ਉਹ ਇਹ ਗਿਆਨ ਦਾ ਮੁਕਟ ਹੈ। ਔਰ ਅੱਜ ਅਸੀਂ ਦੇਖਾਂਗੇ ਕਿ ਜਿਹੜਾ ਮੁਕਟ ਹੈ ਇਹਦਾ ਮਤਲਬ ਕੀ ਹੁੰਦਾ। ਬਾਈਬਲ ਦੇ ਆਧਾਰ ਦੇ ਉੱਤੇ ਬਾਈਬਲ ਸਾਨੂੰ ਇਸ ਮੁਕਟ ਬਾਰੇ ਕੀ ਦੱਸਦੀ ਹੈ। ਔਰ ਮੇਰੇ ਅਜ਼ੀਜ਼ੋ, ਇਹ ਜਿਹੜੇ ਮੁਕਟ ਆ ਇਹ 5 ਸ਼ਬਦਾਂ ਦੇ ਵਿੱਚੋਂ ਬਣਿਆ। ਪਹਿਲਾ ਹੈਗਾ, ਇਹਨੂੰ ਇੰਗਲਿਸ਼ 'ਚ ਕਰਾਊਨ ਕਿਹਾ ਜਾਂਦਾ, ਕਰਾਊਨ CROWN। ਸੀ ਦਾ ਮਤਲਬ ਆ ਪਹਿਲਾ ਜਿਹੜਾ ਅੱਖਰ ਆ ਉਹ ਦੱਸਦਾ ਕ੍ਰਾਈਸਟ, ਸੀ ਕ੍ਰਾਈਸਟ ਨੂੰ ਦੱਸਦਾ ਹੈ। ਔਰ ਆਰ ਜਿਹੜਾ ਆ ਉਹ ਦੱਸਦਾ ਕਿ ਜਿਹੜਾ ਵਚਨ ਇਹ ਕਰਾਊਨ ਜੀਵਨ ਦਾ ਮੁਕਟ ਨੂੰ, ਇਸ ਗਿਆਨ ਦੇ ਮੁਕਟ ਨੂੰ ਆਪਣੇ ਐਵੇਂ ਨਹੀਂ ਉਹਦੇ ਸਿਰ ਦੇ ਉੱਤੇ ਰੱਖਿਆ ਜਾਂਦਾ, ਉਹਦੇ ਅੰਦਰ ਇਹ ਕੁਆਲਿਟੀ ਹੋਣੀ ਚਾਹੀਦੀ ਆ। ਔਰ ਉਹਦੇ ਕੋਲ ਇੱਕ ਮੁਕਾਸ਼ਵਾ ਆ, ਆਰ ਦਾ ਮਤਲਬ ਰੈਵਲੂਸ਼ਨ, ਉਹਦੇ ਕੋਲ ਇੱਕ ਮੁਕਾਸ਼ਵਾ ਆ। ਔਰ ਉਹਦਾ ਮਤਲਬ ਹੈਗਾ ਓਬੀਡੈਂਟ, ਉਹ ਹਮੇਸ਼ਾ ਪ੍ਰਭੂ ਦੇ ਨਾਲ ਵਫਾਦਾਰੀ ਦੇ ਨਾਲ ਔਰ ਆਗਿਆਕਾਰੀ ਦੇ ਨਾਲ ਚੱਲਦਾ ਹੈ। ਉਹਦੇ ਅੰਦਰ ਇੱਕ ਆਗਿਆਕਾਰੀ ਹੈ, ਉਹ ਕਦੇ ਵੀ ਪ੍ਰਭੂ ਦੇ ਵਚਨਾਂ ਤੋਂ ਇੱਧਰ ਉੱਧਰ ਨਹੀਂ ਹੋਊਗਾ। ਜਿਸ ਤਰ੍ਹਾਂ ਦਾਊਦ ਨਬੀ ਕਹਿੰਦਾ ਕਿ ਮੈਨੂੰ ਆਪਣੇ ਵਚਨਾਂ ਦੇ ਉੱਤੇ ਸਥਿਰ ਖੜੇ ਕਰ। ਔਰ ਜਿਹੜਾ W ਹੈ, W ਦਾ ਮਤਲਬ ਹੈਗਾ ਵਿਜ਼ਡਮ, ਵਿਜ਼ਡਮ ਦਾ ਮਤਲਬ ਬਹੁਤ ਅਕਲ। ਔਰ ਜਿਹੜਾ N ਆ, N ਦਾ ਮਤਲਬ ਹੈਗਾ ਨੈਕਟਰ, ਨੈਕਟਰ ਦਾ ਮਤਲਬ ਹੁੰਦਾ ਅੰਮ੍ਰਿਤ ਜਲ। ਔਰ ਹੁਣ ਮੈਂ ਆਪਾਂ ਇਹਨੂੰ ਇਸ ਵਰਸ ਨੂੰ ਵੀ ਬਾਈਬਲ ਦੇ ਨਾਲ ਟੈਲੀ ਕਰਾਂਗੇ। ਯਹੂਨਾ ਦੀ ਪੁਸਤਕ 4 ਬਾਬ ਦੀ 14 ਜ਼ਰੂਰ ਪੜ੍ਹੀਏ ਕਿ ਇੱਕ ਦਾ ਨੈਕਟਰ ਕਿੱਦਾਂ। ਫਿਰ ਅੱਗੇ ਚੱਲਦੇ ਹਾਂ। ਯਹੂਨਾ ਦੀ ਕਿਤਾਬ 4 ਬਾਬ ਦੀ 14। ਪਰ ਜੋ ਕੋਈ ਮੇਰਾ ਦਿੱਤਾ ਹੋਇਆ ਜਲ ਪੀਵੇਗਾ, ਜੋ ਕੋਈ, ਪ੍ਰਭੂ ਯਿਸੂ ਮਸੀਹ ਸਾਹਮਣੇ ਔਰ ਉਹਨੂੰ ਕਹਿ ਰਿਹਾ ਕਿ ਜੋ ਕੋਈ ਮੇਰਾ ਦਿੱਤਾ ਹੋਇਆ ਜਲ ਪੀਵੇਗਾ ਸੋ ਦੀਪਕ ਕਾਲ ਤੱਕ ਕਦੇ ਧਿਆਇਆ ਨਾ ਹੋਵੇਗਾ, ਸੋ ਜ਼ਿੰਦਗੀ ਭਰ ਕਦੇ ਵੀ ਉਹ ਪਿਆਸਾ ਨਹੀਂ ਰਹੇਗਾ, ਬਲਕਿ ਉਹ ਜਲ ਜੋ ਮੈਂ ਉਹਨੂੰ ਦਿਆਂਗਾ, ਬਲਕਿ ਉਹ ਜਲ, ਪਵਿੱਤਰ ਆਤਮਾ ਦਾ ਜਲ ਜਿਹੜਾ ਕਹਿੰਦਾ ਮੈਂ ਉਹਨਾਂ ਨੂੰ ਦਿਆਂਗਾ, ਉਹਦੇ ਵਿੱਚ ਜਲ ਦਾ ਇੱਕ ਸੋਮਾ ਬਣ ਜਾਵੇਗਾ, ਉਹਦੇ ਅੰਦਰ ਇੱਕ ਜਲ ਦਾ ਚਸ਼ਮਾ, ਇੱਕ ਸੋਮਾ ਬਣ ਜਾਵੇਗਾ। ਮੇਰੇ ਜੋ ਅਨੰਤ ਜੀਵਨ ਤੱਕ ਉਛਲਦਾ ਰਹੇਗਾ, ਜੋ ਅਨੰਤ ਜੀਵਨ ਤੱਕ ਉਹਦੇ ਅੰਦਰੋਂ ਉਛਲਦਾ ਰਹੇਗਾ। ਮੇਰੇ ਜਦੋਂ ਜਿਹਦੇ ਅੰਦਰ ਖੁਦਾ ਦਾ ਅਭਿਸ਼ੇਕ, ਖੁਦਾ ਦਾ ਆਤਮਾ ਆ ਜਾਂਦਾ ਔਰ ਖੁਦਾ ਦੇ ਪਾਕ ਵਚਨਾਂ ਨੂੰ ਜਿਹੜਾ ਉਹ ਪੜ੍ਹ ਲੈਂਦਾ, ਉਹ ਸਾਰਾ ਕੁਝ ਉਹਨਾਂ ਨੂੰ ਗਾਈਡ ਕਰਦਾ। ਸੋ ਇਹ ਹੈਗਾ ਕਰਾਊਨ ਦਾ ਮਤਲਬ। ਔਰ ਜਿਹੜਾ ਜੀਵਨ ਮੁਕਟ ਆ, ਇਹ ਮੁਕਟ 7 ਤਰ੍ਹਾਂ ਦੇ ਆ। ਅਸੀਂ ਪਹਿਲਾਂ ਇਹਦਾ ਇੱਕ ਵਾਰੀ ਅੱਗੇ ਖੁਲਾਸਾ ਕਰ ਚੁੱਕੇ ਆ। 7 ਤਰ੍ਹਾਂ ਦੇ ਮੁਕਟ ਵੱਲ ਨਹੀਂ ਮੈਂ ਜਾਊਂਗਾ। ਸੋ ਮੇਰੇ ਜਦੋਂ ਮੈਂ ਇੱਥੇ ਦੱਸੂਗਾ ਕਿ ਕਿਹਨਾਂ ਲੋਕਾਂ ਨੇ ਬਾਈਬਲ ਦੇ ਵਿੱਚ ਆਪਣਾ ਜੀਵਨ ਦਾ ਮੁਕਟ ਜਿਹੜਾ ਆ ਗਵਾ ਲਿਆ, ਖੋ ਦਿੱਤਾ। ਔਰ ਜਿਹਦੀ ਪਹਿਲੀ ਸਾਨੂੰ ਮਿਸਾਲ ਮਿਲਦੀ ਆ ਸ਼ਾਊਲ। ਸ਼ਾਊਲ ਇੱਕ ਦੇਖੋ ਇਸਰਾਈਲੀਆਂ ਦਾ ਪਹਿਲਾ ਰਾਜਾ ਸੀਗਾ। ਸ਼ੈਮੂਅਲ ਨੇ ਉਹਨੂੰ ਮਸਾ ਕੀਤਾ, ਐਡਾ ਵੱਡਾ ਖੁਦਾ ਦਾ ਅਭਿਸ਼ੇਕ ਉਹਦੇ ਉੱਤੇ ਸੀ। ਲੇਕਿਨ ਜਦੋਂ ਉਹ ਕਹਿੰਦੇ ਆ ਕਿ ਮੇਰੇ ਨਾਲ ਹੁਣ ਨਾ ਖੁਦਾ ਅਮੀਮ ਦੇ ਰਾਹੀਂ, ਨਾ ਤਮੀਮ ਦੇ ਰਾਹੀਂ, ਨਾ ਸੁਪਨੇ ਰਾਹੀਂ, ਨਾ ਦਰਸ਼ਨ ਰਾਹੀਂ ਗੱਲਬਾਤ ਕਰਦਾ, ਤਾਂ ਉਹ ਇੱਕ ਜਾਦੂਗਰਨੀ ਔਰਤ ਦੇ ਕੋਲ ਚਲਾ ਗਿਆ। ਇਹਦੇ ਲਈ ਅਸੀਂ ਪੜ੍ਹ ਸਕਦੇ ਹਾਂ ਪਹਿਲਾ ਸੈਮੂਅਲ 28 ਬਾਬ ਤੇ 6 ਪੜ੍ਹੀਏ ਤੇ 10 ਤੋਂ 14, 16 ਤੋਂ 19 ਪੜ੍ਹੀਏ। ਪਹਿਲਾ ਸੈਮੂਅਲ 28 ਬਾਬ ਤੇ 6। ਅਤੇ ਜਿਸ ਵੇਲੇ ਸ਼ਾਉਲ ਨੇ ਯਹੋਵਾ ਕੋਲੋਂ ਸਲਾਹ ਪੁੱਛੀ, ਉਹ ਮਤਲਬ ਕੋਈ ਯਹੋਵਾ ਪਰਮੇਸ਼ਵਰ ਕੋਲੋਂ ਸਲਾਹ ਪੁੱਛ ਰਿਹਾ ਸੀ, ਜਿਸ ਤਰ੍ਹਾਂ ਪਹਿਲਾਂ ਪੁੱਛਦਾ ਹੁੰਦਾ ਸੀ। ਲੇਕਿਨ ਜਦੋਂ ਉਹ ਵਚਨ ਤੋਂ ਇੱਧਰ ਹੋ ਗਿਆ, ਇੱਧਰ ਉੱਧਰ ਹੋ ਗਿਆ, ਅਨਾਗਿਆਕਾਰੀ ਉਹਦੇ ਉੱਤੇ ਆ ਗਏ, ਤਾਂ ਉਹਦਾ ਅਭਿਸ਼ੇਕ ਉੱਠ ਗਿਆ। ਹਾਂਜੀ, ਜਿਸ ਵੇਲੇ ਉਹਨੇ ਉਹਦੀ ਸਲਾਹ ਪੁੱਛੀ ਤਾਂ ਯਹੋਵਾ ਨੇ ਉਹਨੂੰ ਨਾ ਸੁਪਨਿਆਂ ਦੇ, ਤਾਂ ਯਹੋਵਾ ਪਰਮੇਸ਼ਵਰ ਨੇ ਨਾ ਉਹਨੂੰ ਸੁਪਨਿਆਂ ਰਾਹੀਂ, ਨਾ ਉਰੀਮ ਦੇ, ਨਾ ਅਬੀਮ ਦੇ, ਅਤੇ ਨਾ ਨਬੀਆਂ ਦੇ ਰਾਹੀਂ ਕੁਝ ਉੱਤਰ ਦਿੱਤਾ। ਨਾ ਉਹਨੂੰ ਕਿਸੇ ਨਬੀਆਂ ਦੇ ਰਾਹੀਂ ਉੱਤਰ ਦਿੱਤਾ। ਮੇਰੇ ਜਦੋਂ ਖੁਦਾ ਸਾਡੇ ਨਾਲ 3-4 ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਦਾ, ਇੱਕ ਸੁਪਨੇ ਦੇ ਰਾਹੀਂ, ਇੱਕ ਦਰਸ਼ਨ ਦੇ ਰਾਹੀਂ, ਆਪਣੇ ਖੁਦਾ ਦੇ ਦਾਸਾਂ ਦੇ ਰਾਹੀਂ ਔਰ ਖੁਦਾ ਦੇ ਪਾਕ ਵਚਨਾਂ ਦੇ ਰਾਹੀਂ।
ਖੁਦਾ ਚਾਰ ਤਰ੍ਹਾਂ ਦੇ ਨਾਲ ਸਾਡੇ ਨਾਲ ਬੋਲ ਕੇ ਅੱਜ ਗੱਲ ਕਰਦਾ ਹੈ। ਹਾਂਜੀ ਹਾਂਜੀ 10 ਤੋਂ 19 ਪੜ੍ਹੋ ਇਹ ਹੁਣ ਤੁਸੀਂ 10 ਤੋਂ 14। ਤਦ ਸ਼ਾਉਲ ਨੇ ਯਹੋਵਾ ਦੀ ਸਹੁੰ ਚੁੱਕ ਕੇ ਆਖਿਆ। ਤਾਂ ਸ਼ਾਉਲ ਨੇ ਇਹ ਫਿਰ ਨਾ ਆਪਣੇ ਕਿਸੇ ਦੋਸਤ ਨੂੰ ਕਹਿੰਦਾ, ਮੈਨੂੰ ਕਹਿੰਦਾ ਕਿਸੇ ਮਤਲਬ ਜਾਦੂਗਰ ਬੰਦੇ ਨਾਲ ਮਿਲਾ ਵੀ ਜਿਹਦੇ ਕੋਲ ਮਤਲਬ ਕੋਈ ਇਹੋ ਜਿਹੀ ਸ਼ਕਤੀ ਹੋਵੇ ਜਿਹੜੇ ਮੈਨੂੰ ਮੇਰੇ ਫਿਊਚਰ ਬਾਰੇ ਦੱਸੇ ਵੀ ਹੁਣ ਗਾਹ ਕੀ ਹੋਣਾ ਹੈ। ਉਹ ਕਹਿੰਦਾ ਮੈਂ ਤੈਨੂੰ ਇੱਕ ਜਾਦੂਗਰਨੀ ਲੇਡੀਜ਼ ਕੋਲ ਲੈ ਜਾਣਾ ਜਿਹੜੀ ਤੈਨੂੰ ਸਾਰਾ ਕੁਝ ਦੱਸ ਦੋਗੀ। ਮਤਲਬ ਪਰਮੇਸ਼ਵਰ ਦੇ ਕਦਮਾਂ ਦੇ ਵਿੱਚ ਇਹ ਬੰਦਾ ਟੁੱਟਿਆ ਨਹੀਂ, ਇਹ ਜਾਦੂਗਰਨੀ ਦੇ ਕੋਲ ਚਲਾ ਗਿਆ ਔਰ ਉੱਥੇ ਇਹਦਾ ਜੀਵਨ ਦਾ ਮੁਕਟ ਜਿਹੜਾ ਆ ਚਲਾ ਗਿਆ। ਹਾਂਜੀ ਅੱਗੇ। ਤਦ ਸ਼ਾਉਲ ਨੇ ਯਹੋਵਾ ਦੀ ਸਹੁੰ ਚੁੱਕ ਕੇ ਆਖਿਆ। ਸ਼ਾਉਲ ਨੇ ਯਹੋਵਾ ਦੀ ਸਹੁੰ ਚੱਕ ਲਈ, ਸਹੁੰ ਖਾ ਲਈ। ਭਈ ਜਿੰਦੇ ਯਹੋਵਾ ਦੀ ਸਹੁੰ, ਜਿਉਂਦੇ ਯਹੋਵਾ ਪਰਮੇਸ਼ਵਰ ਦੀ ਸਹੁੰ, ਇਸ ਗੱਲ ਦਾ ਤੈਨੂੰ ਕੁਝ ਦੰਡ ਨਾ ਮਿਲੇਗਾ। ਉਹਨੇ ਆਪਣੇ ਰਾਜ ਦੇ ਵਿੱਚ ਪਹਿਲਾਂ ਹੀ ਅਨਾਉਂਸਮੈਂਟ ਕਰ ਦਿੱਤੀ ਸੀ ਕਿ ਜਿੰਨੇ ਜਾਦੂਗਰ ਲੋਕ ਆ, ਜਿੰਨੇ ਸਿਆਣੇ ਜਾਦੂ ਟੂਣਾ ਕਰਨ ਵਾਲੇ, ਇਹਨਾਂ ਸਾਰਿਆਂ ਨੂੰ ਮਾਰ ਦੋ। ਔਰ ਉਹ ਜਿੰਨੇ ਜਾਦੂਗਰ ਜਾਦੂ ਟੂਣਾ ਕਰਨ ਵਾਲੇ ਲੋਕ ਸੀ ਸਾਰੇ ਇਹ ਲੋਕ ਛੁਪ ਗਏ। ਹਾਂਜੀ। ਤਦ ਉਹ ਤੀਵੀਂ ਬੋਲੀ। ਉਹ ਮਤਲਬ ਤੀਵੀਂ ਨੇ ਕਿਹਾ ਤੈਨੂੰ ਨਹੀਂ ਪਤਾ ਵੀ ਜਿਹੜੇ ਆਪਣੇ ਬਾਦਸ਼ਾਹ ਨੇ ਇਹ ਹੁਕਮ ਕੱਢਿਆ ਪਿਆ ਵੀ ਕੋਈ ਵੀ ਜਾਦੂ ਟੂਣਾ ਕਰਨ ਵਾਲੇ, ਕੋਈ ਵੀ ਮਤਲਬ ਸਿਆਣੇ ਸੋਹਣੇ ਲੋਕ ਆ ਉਹਦੇ ਰਾਜ ਦੇ ਵਿੱਚ ਜੀਵੇ ਨਹੀਂ ਰਹਿਣਗੇ। ਹਾਂਜੀ। ਮੈਂ ਤੇਰੇ ਲਈ ਕਿਸ ਨੂੰ ਮੰਗਵਾਵਾਂ? ਮੈਂ ਤੇਰੇ ਲਈ ਕਿਸ ਨੂੰ ਬੁਲਾਵਾਂ? ਆਪਣਾ ਭੇਸ਼ ਬਦਲ ਕੇ ਗਿਆ, ਰਾਜੇ ਤੋਂ ਇੱਕ ਫਕੀਰ ਬਣ ਕੇ ਗਿਆ। ਪ੍ਰਭੂ ਯਿਸੂ ਨੇ ਯਹੋਵਾ ਪਰਮੇਸ਼ਵਰ ਨੇ ਉਹਨੂੰ ਰਾਜਾ ਬਣਾਇਆ ਸੀ, ਲੇਕਿਨ ਉਹ ਇੱਕ ਭੇਸ਼ ਬਦਲ ਕੇ ਇੱਕ ਆਮ ਸਧਾਰਨ ਫਕੀਰ ਬਣ ਕੇ ਗਿਆ ਉਹਦੇ ਕੋਲ। ਹਾਂਜੀ। ਉਹ ਬੋਲਿਆ ਮੇਰੇ ਲਈ ਸੈਮੂਅਲ ਨੂੰ ਮੰਗਵਾ। ਮੇਰੇ ਲਈ ਸੈਮੂਅਲ ਦੀ ਰੂਹ ਨੂੰ ਬੁਲਾ। ਹਾਂਜੀ। ਜਿਸ ਵੇਲੇ ਉਸ ਤੀਵੀਂ ਨੇ ਸੈਮੂਅਲ ਨੂੰ ਡਿੱਠਾ, ਜਿਸ ਵੇਲੇ ਉਸ ਤੀਵੀਂ ਨੇ ਸੈਮੂਅਲ ਨੂੰ ਡਿੱਠਾ ਤਾਂ ਉੱਚੀ ਆਵਾਜ਼ ਨਾਲ ਚਿਲਾਈ। ਉਹ ਉੱਚੀ ਆਵਾਜ਼ ਨਾਲ ਚਿਲਾਈ। ਅਤੇ ਉਸ ਤੀਵੀਂ ਨੇ ਸ਼ਾਉਲ ਨੂੰ ਆਖਿਆ। ਉਸ ਤੀਵੀਂ ਨੇ ਸ਼ਾਉਲ ਨੂੰ ਆਖਿਆ, ਤੁਸਾਂ ਮੇਰੇ ਨਾਲ ਛਲ ਕਾਹਨੂੰ ਕੀਤਾ? ਤੁਸੀਂ ਮੇਰੇ ਨਾਲ ਇਹ ਧੋਖਾ ਕਾਹਦੇ ਕੀਤਾ ਹੈ? ਕਿਉਂ ਜੋ ਸ਼ਾਉਲ ਤਾਂ ਤੁਸੀਂ ਹੀ ਹੋ। ਕਿਉਂ ਜੋ ਸ਼ਾਉਲ ਤਾਂ ਤੁਸੀਂ ਹੋ। ਕਿਉਂਕਿ ਜਦੋਂ ਉਹਨੇ ਕਿਹਾ ਨਾ ਸੈਮੂਅਲ ਦੀ ਰੂਹ ਨੂੰ ਬੁਲਾ, ਔਰ ਮੇਰੇ ਜਦੋਂ ਉਹ ਜਾਣਦੇ ਸੀ ਕਿ ਜਾਦੂਗਰ ਨੇ ਵੀ ਇਸ ਗੱਲ ਨੂੰ ਜਾਣਦੇ ਸੀ ਵੀ ਸੈਮੂਅਲ ਨੇ ਇਹਨੂੰ ਮਸਾ ਕੀਤਾ, ਤਦ ਕਰਕੇ ਸੈਮੂਅਲ ਨੂੰ ਬੁਲਾ ਲਿਆ। ਇਹਨੇ ਮਤਲਬ ਜਿਹੜਾ ਇਸਰਾਈਲੀਆਂ ਦਾ ਬਾਦਸ਼ਾਹ ਇਹਨੂੰ ਸ਼ਾਉਲ ਨੂੰ ਸੈਮੂਅਲ ਨੇ ਮਸਾ ਕਰਕੇ ਬਣਾਇਆ ਸੀ। ਉਸੇ ਲਈ ਉਹ ਉਹਦੇ ਕੋਲ ਜਾਂਦਾ, ਉਹਦਾ ਵਿਸ਼ਵਾਸ ਜੋ ਹੋਵਾ ਪਰਮੇਸ਼ਵਰ ਤੇ ਨਹੀਂ ਸੀ, ਉਹ ਸੈਮੂਅਲ ਦੇ ਰੂਹ ਦੇ ਉੱਤੇ ਕਹਿੰਦਾ ਮੇਰੇ ਲਈ ਉਹਨੂੰ ਬੁਲਾ, ਔਰ ਉਹਨੇ ਆਪਣਾ ਅਭਿਸ਼ੇਕ ਖੋ ਦਿੱਤਾ। ਹਾਂਜੀ। ਤਦ ਬਾਦਸ਼ਾਹ ਨੇ ਉਸ ਨੂੰ ਆਖਿਆ। ਤਦ ਬਾਦਸ਼ਾਹ ਨੇ ਉਹਨੂੰ ਆਖਿਆ, ਘਾਬਰ ਨਾ, ਘਾਬਰ ਨਾ। ਕਹਿੰਦਾ ਤੈਂ ਕੀ ਡਿੱਠਾ ਹੈ? ਤੈਂ ਕੀ ਡਿੱਠਾ ਮੈਨੂੰ ਦੱਸ। ਕਹਿੰਦਾ ਜਾਦੂਗਰ ਨੂੰ ਕਹਿ ਰਿਹਾ ਤੂੰ ਦੱਸ ਵੀ ਤੂੰ ਦੇਖਿਆ ਕੀ ਆ, ਮੈਨੂੰ ਦੱਸ। ਉਸ ਤੀਵੀਂ ਨੇ ਸ਼ਾਉਲ ਨੂੰ ਆਖਿਆ। ਉਸ ਤੀਵੀਂ ਨੇ ਸ਼ਾਉਲ ਨੂੰ ਆਖਿਆ, ਮੈਂ ਇੱਕ ਦੇਵਤੇ ਨੂੰ ਧਰਤੀ ਵਿੱਚੋਂ ਚੜਦਾ ਵੇਖਦੀ ਹਾਂ। ਮੈਂ ਇੱਕ ਦੇਵਤੇ ਨੂੰ ਥੱਲਿਓਂ ਮਤਲਬ ਚੜਦਾ ਉੱਤਰਦਾ ਦੇਖਦੀ ਹਾਂ। ਤਦ ਉਹਨੇ ਉਸ ਨੂੰ ਆਖਿਆ। ਤਦ ਉਸਨੇ ਉਹਨੂੰ ਆਖਿਆ, ਉਹਦੀ ਡੋਲ ਦੱਸ। ਉਹਦੀ ਕਹਿੰਦਾ ਮੈਨੂੰ ਡੀਲ ਡੋਲ ਦੱਸ, ਉਹਦਾ ਮੈਨੂੰ ਆਕਾਰ ਦੱਸ ਵੀ ਕਿੱਦਾਂ ਦੀ ਉਹਦੀ ਸ਼ੇਪ ਆ, ਕਿੱਦਾਂ ਦਾ ਬੰਦਾ ਉਹ। ਹਾਂਜੀ। ਉਹ ਬੋਲੀ। ਉਹ ਬੋਲੇ, ਇੱਕ ਬੁੱਢਾ ਮਨੁੱਖ ਉਤਾਹਾਂ ਆਉਂਦਾ ਹੈ। ਇੱਕ ਬੁੱਢਾ ਮਨੁੱਖ ਜਿਹੜਾ ਤਾਂ ਨੂੰ ਆ ਰਿਹਾ ਅਤੇ ਚਾਦਰ ਨਾਲ ਢਕਿਆ ਹੋਇਆ ਹੈ। ਚਾਦਰ ਦੇ ਨਾਲ ਉਹ ਢਕਿਆ ਹੋਇਆ। ਤਦ ਸ਼ਾਉਲ ਨੇ ਜਾਤਾ। ਤਦ ਸ਼ਾਉਲ ਨੇ ਇਸ ਗੱਲ ਨੂੰ ਜਾਣ ਲਿਆ ਜੋ ਉਹ ਸੈਮੂਅਲ ਹੈ। ਉਹ ਸੈਮੂਅਲ ਹੈ। ਅਤੇ ਉਹਨੇ ਮੂੰਹ ਭਰਨੇ ਧਰਤੀ ਉੱਤੇ ਡਿੱਗ ਕੇ ਮੱਥਾ ਟੇਕਿਆ। ਉਹਨੇ ਮੂੰਹ ਭਰਨੇ ਧਰਤੀ ਉੱਤੇ ਡਿੱਗ ਕੇ ਸੈਮੂਅਲ ਦੇ ਰੂਹ ਨੂੰ ਮੱਥਾ ਟੇਕਿਆ। ਹਨ 14 ਤੱਕ ਜੀ। ਹੁਣ ਆਪਾਂ 19 ਤੇ ਆ ਜਾਓ। 19 ਆ ਪੜ੍ਹੀਏ। ਨਾਲੇ ਯਹੋਵਾ ਤੇਰੇ ਸਣੇ ਇਸਰਾਇਲ ਨੂੰ ਫਿਲਿਸਤੀਆਂ ਦੇ ਹੱਥ ਵਿੱਚ ਕਰ ਦੇਵੇ। ਰਾਜੇ ਨੇ ਉਹਨੇ ਸੈਮੂਅਲ ਨੂੰ ਕਿਹਾ ਵੀ ਹੁਣ ਤੇਰੇ ਸਣੇ ਔਰ ਫਿਲਿਸਤੀਨੀਆਂ ਨੂੰ ਵੀ ਮਤਲਬ ਤੁਹਾਡੇ ਖਿਲਾਫ ਕਰ ਦਊਗਾ। ਹਾਂਜੀ। ਅਤੇ ਭਲਕੇ ਤੂੰ ਅਤੇ ਤੇਰੇ ਪੁੱਤਰ ਮੇਰੇ ਕੋਲ ਹੋਵੋਗੇ। ਤੂੰ ਅਤੇ ਤੇਰੇ ਪੁੱਤਰ ਸਾਰੇ ਕਹਿੰਦਾ ਤੁਸੀਂ ਮਰ ਜਾਓਗੇ ਔਰ ਤੁਸੀਂ ਵੀ ਇਸ ਜਗ੍ਹਾ ਤੇ ਆ ਜਾਣਾ। ਹਾਂਜੀ। ਅਤੇ ਇਸਰਾਇਲੀ ਦਲ ਨੂੰ ਵੀ ਯਹੋਵਾ ਫਿਲਿਸਤੀਆਂ ਦੇ ਹੱਥ ਵਿੱਚ ਕਰ ਦੇਵੇਗਾ। ਇਸਰਾਇਲੀ ਦਲ ਨੂੰ ਵੀ ਫਿਲਿਸਤੀਨੀਆਂ ਦੇ ਹੱਥ ਦੇ ਵਿੱਚ ਕਰ ਦੇਵੇਗਾ, ਮਤਲਬ ਉਹਨਾਂ ਦੇ ਅੰਡਰ ਹੋ ਜਾਣਗੇ। ਉਹ ਤੁਹਾਨੂੰ ਫਿਲਿਸਤੀਨੀ ਲੋਕ ਤੁਹਾਨੂੰ ਜਿੱਤ ਲੈਣਗੇ। ਸੋ ਮੇਰੇ ਜਦੋਂ ਇਹ ਬਹੁਤ ਵੱਡਾ ਇੱਕ ਪੁਆਇੰਟ ਆ। ਸੁੱਫੜ ਜੀ ਸਾਡੇ ਹੁੰਦੇ ਸੀ, ਉਹ ਸਾਨੂੰ ਪੁੱਛਦੇ ਹੁੰਦੇ ਸੀ ਵੀ ਇੱਕ ਸੈਮੂਅਲ ਨੇ ਜਾਦੂਗਰਨੀ ਜ਼ਰੂਰ ਨੂੰ ਕਿੱਦਾਂ ਬੁਲਾ ਲਿਆ। ਇਹ ਅਲੱਗ ਸਬਜੈਕਟ ਹੈ, ਕਿਸੇ ਨੇ ਇਹਦੇ ਉੱਤੇ ਵੀ ਜ਼ਰੂਰ ਵਚਨ ਕਰਾਂਗੇ। ਇਹ ਸਾਰੇ ਆਨਸਰ ਮੈਂ ਲੱਭੇ ਹੋਇਆ, ਪੂਰੀ ਡਿਟੇਲ ਬਣਾ ਕੇ ਰੱਖੀ ਪਈ ਆ। ਕਿਸੇ ਨੂੰ ਸਮਾਂ ਮਿਲਿਆ ਤਾਂ ਇਸ ਦੇ ਉੱਤੇ ਬੋਲਾਂਗੇ। ਉਹਨੇ ਆਪਣਾ ਅਭਿਸ਼ੇਕ ਖੋ ਦਿੱਤਾ। ਮੇਰੇ ਜਦੋਂ ਖੁਦਾ ਦੇ ਕਦਮਾਂ 'ਚ ਟੁੱਟਾ ਨਹੀਂ, ਉਹਨੇ ਖੁਦਾ ਕੋਲੋਂ ਮਾਫੀ ਨਹੀਂ ਮੰਗੀ, ਉਹਨੇ ਆਪਣੇ ਜੀਵਨ ਦਾ ਮੁਕਟ ਖੋ ਦਿੱਤਾ। ਔਰ ਦੂਸਰਾ ਜਿਹੜਾ ਹੈਗਾ ਕਿ ਨਿਆਂਇਆਂ ਦੀ ਕਿਤਾਬ ਜਦੋਂ ਆਪਾਂ ਦੇਖਦੇ ਆ, ਉੱਥੇ ਇੱਕ ਸੈਮਸੋਨ ਨਾਂ ਦਾ ਬੰਦਾ ਆ, ਔਰ ਜਿਹਨੂੰ ਖੁਦਾ ਨੇ ਮਾਂ ਦੇ ਪੇਟ ਤੋਂ ਹੀ ਨਜ਼ੀਰ ਚੁਣਿਆ, ਔਰ ਉਹਦੇ 7 ਲਟਾ ਸੀ। ਉਹਨੂੰ ਇਹੀ ਕਿਹਾ ਗਿਆ ਸੀ ਵੀ ਤੂੰ ਕਦੀ ਵੀ ਆਪਣੇ ਬਾਲਾਂ ਨੂੰ ਉਸ ਤਰ੍ਹਾਂ ਨਹੀਂ ਲਵਾਉਣਾ। ਲੇਕਿਨ ਉਹਨੂੰ ਦਲੀਲਾਂ ਉਹਨਾਂ ਨੇ ਪਿੱਛੇ ਫਿਲਿਸਤੀਨੀਆਂ ਨੇ ਉਹਦੇ ਪਿੱਛੇ ਲਾਤੀ ਵੀ ਦੱਸ ਇਹਦੀ ਜਿਹੜੀ ਪਾਵਰ ਆ
ਇਹਦੀ ਉਹ ਕਿੱਥੇ ਆ। ਸੈਮੂਅਲ ਇੱਕ ਇਹੋ ਜਿਹਾ ਬੰਦਾ ਸੀ ਜਿਹਨੇ ਗਧੇ ਦੀ ਹੱਡੀ ਦੇ ਨਾਲ, ਮੂੰਹ ਦੀ ਹੱਡੀ, ਜਵਾੜੇ ਦੀ ਹੱਡੀ ਦੇ ਨਾਲ 1000 ਬੰਦੇ ਹੀ ਮਾਰ ਦਿੱਤੇ। ਉਹ ਬਹੁਤ ਮਤਲਬ ਬਹੁਤ ਪਾਵਰ ਸੀਗੀ ਉਹਦੇ ਅੰਦਰ, ਬਹੁਤ ਵੱਡਾ ਖੁਦਾ ਦਾ ਅਭਿਸ਼ੇਕ ਸੀਗਾ। ਲੇਕਿਨ ਇੱਕ ਔਰਤ ਉਹਦੀ ਜ਼ਿੰਦਗੀ ਦੇ ਵਿੱਚ ਆ ਗਈ ਔਰ ਉਹਨੇ ਉਹਨੂੰ ਸਿੱਟ ਦਿੱਤਾ। ਅੱਜ ਜਦੋਂ ਆਪਾਂ ਨਿਆਂਇਆਂ ਦੀ ਪੁਸਤਕ ਪੜ੍ਹਦੇ 16 ਬਾਬ ਦੀ 17 ਆਇਤ ਪੜ੍ਹੀਏ, ਤਦ ਉਹਨੇ ਆਪਣੇ ਸਾਰੇ ਮਨ ਦੀ ਉਸ ਨੂੰ ਆਖ ਦਿੱਤੀ, ਉਹਨੇ ਆਪਣੇ ਸਾਰੇ ਮਨ ਦੀ ਜੋ ਉਹਦੇ ਅੰਦਰ ਸੀਗਾ ਨਾ ਉਹ ਸਾਰਾ ਕੁਝ ਉਹਨੂੰ ਦੱਸ ਦਿੱਤਾ ਅਤੇ ਉਸ ਨੂੰ ਦੱਸਿਆ ਉਸ ਨੂੰ ਦੱਸਿਆ ਵੀ ਮੇਰੇ ਸਿਰ ਉੱਤੇ ਉਸ ਤਰ੍ਹਾਂ ਨਹੀਂ ਫਿਰਿਆ। ਮੇਰੇ ਸਿਰ ਉੱਤੇ ਕਹਿੰਦਾ ਕਦੇ ਵੀ ਉਸ ਤਰ੍ਹਾਂ ਨਹੀਂ ਫਿਰਿਆ, ਮੇਰੀ ਸਾਰੀ ਜਿਹੜੀ ਪਾਵਰ ਆ ਮੇਰੇ ਬਾਲਾਂ ਦੇ ਵਿੱਚ ਆ। ਹਾਂਜੀ, ਇਸ ਕਰਕੇ ਜੋ ਮੈਂ ਆਪਣੀ ਮਾਂ ਦੇ ਢਿੱਡ ਤੋਂ ਹੀ ਪਰਮੇਸ਼ਵਰ ਲਈ ਨਿਆਰਾ ਕੀਤਾ ਗਿਆ ਹਾਂ, ਮੈਂ ਆਪਣੇ ਮਾਂ ਦੇ ਪੇਟ ਤੋਂ ਹੀ ਪ੍ਰਭੂ ਜੀ ਨੇ ਮੈਨੂੰ ਆਪਣੇ ਲਈ ਚੁਣਿਆ ਹੋਇਆ ਹੈ, ਅਲੱਗ ਕੀਤਾ ਹੋਇਆ। ਸੋ ਜੇ ਕਦੀ ਮੇਰਾ ਸਿਰ ਮੁੰਨਿਆ ਜਾਵੇ ਜੇ ਅਗਰ ਕਦੇ ਮੇਰਾ ਸਿਰ ਮਤਲਬ ਬਾਲ ਕੱਟੇ ਜਾਣ ਤਾਂ ਮੇਰਾ ਜ਼ੋਰ ਮੇਥੋਂ ਜਾਂਦਾ ਰਹੇਗਾ। ਮੇਰਾ ਜ਼ੋਰ, ਮੇਰਾ ਅਭਿਸ਼ੇਕ ਮੇਰੇ ਤੋਂ ਚਲਾ ਜਾਵੇਗਾ। ਮੇਰੇ ਜਦੋਂ ਹਾਂਜੀ ਉਹਦਾ ਅਭਿਸ਼ੇਕ ਇਸ ਤਰ੍ਹਾਂ ਚਲਾ ਗਿਆ। 19 ਆਦਮੀ ਪੜ੍ਹਦੇ ਹੀ ਤਾਂ ਉਸਨੇ ਆਪਣੇ ਗੋਡਿਆਂ ਉੱਤੇ ਉਹਨੂੰ ਸੁਲਾ ਛੱਡਿਆ ਜੀ, ਅਤੇ ਇੱਕ ਮਨੁੱਖ ਸੱਦ ਕੇ 7 ਲਟਾਂ ਜੋ ਉਹਦੇ ਸਿਰ ਉੱਤੇ ਸਨ ਮੁਨਾ ਸੁੱਟੀਆਂ। ਜਦੋਂ ਉਹਨੂੰ ਪਤਾ ਲੱਗ ਗਿਆ, ਦਲੀਲਾ ਨੂੰ ਸਾਰਾ ਉਹਨੂੰ ਭੇਤ ਪਤਾ ਲੱਗ ਗਿਆ ਵੀ ਹੁਣ ਇਹਦੀ ਅੱਜ ਇਹਨੇ ਸੱਚ ਬੋਲ ਦਿੱਤਾ, ਉਹਨੇ ਦੂਸਰੇ ਬੰਦਿਆਂ ਨੂੰ ਸੱਦ ਲਿਆ ਵੀ ਇਹਦਾ ਸਿਰ ਉਹ ਸੌਂ ਗਿਆ ਔਰ ਉਹਦਾ ਸਿਰ ਉਹਦੇ ਵਾਲ ਉਹਨੇ ਕੱਟ ਦਿੱਤੇ ਔਰ ਉਹਦਾ ਅਭਿਸ਼ੇਕ ਜਾਂਦਾ ਰਿਹਾ। ਔਰ ਮੇਰੇ ਜਦੋਂ ਖੁਦਾ ਦਾ ਪਾਕ ਕਲਾਮ ਮੀਕਾ ਨਬੀ ਦੀ ਪੁਸਤਕ ਜਦੋਂ ਆਪਾਂ ਪੜ੍ਹਦੇ 7 ਬਾਬ ਦੀ 5 ਆਇਤ ਪੜ੍ਹਦੇ ਆ, ਪੜ੍ਹਿਓ ਜੇ ਮਿਲ ਗਿਆ ਮੀਕਾ ਦੀ 7 ਦੀ 5, ਖੁਦਾ ਦਾ ਪਾਕ ਕਲਾਮ ਸਾਨੂੰ ਕਹਿੰਦਾ ਵੀ ਕਦੀ ਵੀ ਤੁਸੀਂ ਕਿਸੇ ਤੇ ਯਕੀਨ ਨਹੀਂ ਕਰਨਾ। 7 ਬਾਬ ਦੀ 5 ਸਲੀਮ ਜੀ ਤੁਸੀਂ ਪੜ੍ਹੋ ਮੀਕਾ, ਸਲੀਮ ਨੂੰ ਪੜ੍ਹ ਲੈਣਾ 7 ਬਾਬ ਦੀ 5। ਗੁਆਂਢੀ ਉੱਤੇ ਈਮਾਨ ਨਾ ਲਾਓ, ਕਦੇ ਵੀ ਆਪਣੇ ਗੁਆਂਢੀ ਦੇ ਉੱਤੇ ਕਹਿੰਦਾ ਵਿਸ਼ਵਾਸ ਨਾ ਕਰੋ, ਮਿੱਤਰ ਉੱਤੇ ਭਰੋਸਾ ਨਾ ਰੱਖੋ, ਕਦੇ ਕਿਸੇ ਦੋਸਤ ਉੱਤੇ ਭਰੋਸਾ ਨਾ ਕਰੋ। ਜੋ ਤੇਰੀ ਹਿੱਕ ਉੱਤੇ ਲੇਟਦੀ ਹੈ ਜੀ, ਉਸ ਤੋਂ ਵੀ ਆਪਣੇ ਮੂੰਹ ਦੇ ਦਰਵਾਜ਼ੇ ਦੀ ਰਾਖੀ ਕਰ। ਉਸ ਤੋਂ ਵੀ ਕਹਿੰਦਾ ਆਪਣੀ ਸੀਕ੍ਰੇਟ ਗੱਲਾਂ ਉਹਨੂੰ ਵੀ ਤੁਸੀਂ ਨਹੀਂ ਦੱਸਣੀਆਂ। ਦੇਖੋ ਕਿ ਇੱਥੇ ਹੁਣ ਮਤਲਬ ਸੈਮਸਨ ਨੇ ਦਲੀਲਾ ਨੂੰ ਆਪਣੀ ਸਾਰੀ ਸਾਮਰਥ ਔਰ ਸ਼ਕਤੀ ਬਾਰੇ ਦੱਸ ਦਿੱਤਾ ਔਰ ਉਹਦੇ ਤੋਂ ਉਹਦਾ ਅਭਿਸ਼ੇਕ ਚਲਾ ਗਿਆ। ਇਹ ਦੂਸਰੀ ਤਸਵੀਰ ਆ ਬਾਈਬਲ ਦੇ ਵਿੱਚ। ਔਰ ਤੀਸਰੀ ਤਸਵੀਰ ਯਹੂਦਾ ਇਸਕਰੀਤੀ ਦੀ ਆ। ਦੇਖੋ ਇਹ ਪ੍ਰਭੂ ਯਿਸੂ ਮਸੀਹ ਦਾ ਇੱਕ ਖਾਸ ਚੇਲਾ ਸੀਗਾ ਔਰ 3.5 ਸਾਲ ਇਹ ਪ੍ਰਭੂ ਯਿਸੂ ਮਸੀਹ ਦੇ ਨਾਲ ਰਿਹਾ, ਉਹਦੀ ਤਾਲੀਮ ਹਾਸਲ ਕਰਦਾ ਰਿਹਾ। ਲੇਕਿਨ ਉਹਦੇ ਅੰਦਰ ਵੀ ਲਾਲਚ ਆ ਗਿਆ ਔਰ ਉਹਦੇ ਤੋਂ ਉਹਦਾ ਅਭਿਸ਼ੇਕ, ਉਹਦਾ ਜੀਵਨ ਦਾ ਮੁਕਟ ਚਲਾ ਗਿਆ। ਔਰ ਜਦੋਂ ਉਹਨੇ 30 ਸਿੱਕਾਂ ਦੇ ਵਿੱਚ ਪ੍ਰਭੂ ਯਿਸੂ ਮਸੀਹ ਨੂੰ ਵੇਚ ਦਿੱਤਾ ਔਰ ਜਦੋਂ ਉਹਨੂੰ ਪ੍ਰਭੂ ਯਿਸੂ ਮਸੀਹ ਨੂੰ ਸਲੀਬੀ ਮੌਤ ਹੋ ਗਈ ਔਰ ਬਾਅਦ ਦੇ ਵਿੱਚ ਉਹ 30 ਸਿੱਕਿਆਂ ਨੂੰ ਲੈ ਕੇ ਉਹਨਾਂ ਬੰਦਿਆਂ ਕੋਲ ਜਾਂਦਾ ਕਿ ਆ ਵਾਪਸ ਲੈ ਲਓ, ਉਹ ਕਹਿੰਦੇ ਅਸੀਂ ਨਹੀਂ ਲੈਣਾ ਔਰ ਉਹ ਇੱਕ ਜਗ੍ਹਾ ਜਾ ਕੇ ਮਰ ਗਿਆ। ਮੇਰੇ ਜਦੋਂ ਇਹ 3 ਬੰਦੇ ਸਾਨੂੰ ਬਾਈਬਲ ਦੇ ਵਿੱਚ ਮਿਲਦੇ, ਹੋਰ ਵੀ ਕਈ ਤਰ੍ਹਾਂ ਦੇ ਲੋਕ ਆ ਜਿਨ੍ਹਾਂ ਨੇ ਆਪਣਾ ਜੀਵਨ ਦਾ ਮੁਕਟ ਗਵਾ ਲਿਆ। ਔਰ ਹੁਣ ਆਪਾਂ ਇੱਕ ਦੇਖਦੇ ਆ ਕਿ ਦਾਊਦ ਨਬੀ ਜੀ ਆ ਜਿਨ੍ਹਾਂ ਕੋਲੋਂ ਗਲਤੀਆਂ ਵੀ ਹੋਈਆਂ ਪਰ ਉਹ ਕਿਸੇ ਦੇ ਕੋਲ ਨਹੀਂ ਗਿਆ, ਉਹ ਯਹੋਵਾ ਪਰਮੇਸ਼ਵਰ ਦੇ ਕਦਮਾਂ ਦੇ ਵਿੱਚ ਟੁੱਟ ਗਿਆ। ਉਹਨੇ ਆਪਣੀ ਗਲਤੀ ਦਾ ਇਕਰਾਰ ਕੀਤਾ, ਦਿਨ ਰਾਤ ਉਹਦੇ ਅੱਗੇ ਦੁਹਾਈਆਂ ਦਿੱਤੀਆਂ ਵੀ ਆ ਪ੍ਰਭੂ ਮੇਰੇ ਤੇ ਰਹਿਮ ਕਰ, ਰਹਿਮ ਕਰ। ਔਰ ਜਦੋਂ ਆਪਾਂ ਜ਼ਬੂਰ 51 ਦੀ 2 ਆਇਤ ਪੜ੍ਹਦੇ ਆ ਤਾਂ ਉਹ ਕਹਿੰਦਾ, ਜ਼ਬੂਰਾਂ ਦੀ ਪੁਸਤਕ 51 ਬਾਬ ਦੀ 2 ਆਇਤ, ਮੇਰੀ ਬਦੀ ਤੋਂ ਮੈਨੂੰ ਚੰਗੀ ਤਰ੍ਹਾਂ ਧੋ, ਮੇਰੀ ਬਦੀ ਤੋਂ ਮੈਨੂੰ ਚੰਗੀ ਤਰ੍ਹਾਂ ਧੋ ਅਤੇ ਮੇਰੇ ਪਾਪ ਤੋਂ ਮੈਨੂੰ ਸ਼ੁੱਧ ਕਰ, ਮੇਰੇ ਪਾਪ ਤੋਂ ਮੈਨੂੰ ਸ਼ੁੱਧ ਕਰ, ਕਿਉਂ ਜੋ ਮੈਂ ਆਪਣੇ ਅਪਰਾਧ ਜਾਣਦਾ ਹਾਂ ਕਿਉਂ ਜੋ ਮੈਂ ਆਪਣੇ ਅਪਰਾਧ ਜਾਣਦਾ ਹਾਂ ਅਤੇ ਮੇਰਾ ਪਾਪ ਸਦਾ ਮੇਰੇ ਸਾਹਮਣੇ ਹੈ। ਮੇਰਾ ਪਾਪ ਸਦਾ ਮੇਰੇ ਸਾਹਮਣੇ ਹੈ। ਮੇਰੇ ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਦੇ ਅੱਗੇ ਰੋ ਕੇ ਦੁਹਾਈਆਂ ਦਿੰਨੇ, ਦਾਊਦ ਨਬੀ ਇੰਨਾ ਰੋਂਦਾ ਹੁੰਦਾ ਸੀ ਖੁਦਾ ਦੇ ਅੱਗੇ ਕਿ ਉਹ ਆਪਣਾ ਬਿਸਤਰ ਜਿਹੜਾ ਅੰਸੂਆਂ ਦੇ ਨਾਲ ਪੁਜਾ ਉਹਦੇ ਉੱਤੇ ਜਾਂਦਾ ਸੀਗਾ। ਔਰ ਜਦੋਂ ਅਸੀਂ ਇੰਨੇ ਪਛਤਾਪ ਦੇ ਨਾਲ ਇੰਨੇ ਰੋ ਕੇ ਖੁਦਾ ਦੇ ਅੱਗੇ ਦੁਆਵਾਂ ਕਰਦੇ ਆ ਤਾਂ ਪ੍ਰਭੂ ਯਿਸੂ ਮਸੀਹ ਕਹਿੰਦਾ ਮੈਂ ਤੇਰੇ ਅੰਸੂਆਂ ਨੂੰ ਆਪਣੀ ਕੁੱਪੀ ਵਿੱਚ ਜਮ੍ਹਾਂ ਕਰ ਲਵਾਂਗਾ ਔਰ ਅੰਸੂਆਂ ਨਾਲ ਕੀਤੀ ਹੋਈ ਕਦੇ ਵੀ ਪ੍ਰਾਰਥਨਾ ਬੇਕਾਰ ਨਹੀਂ ਜਾਂਦੀ। ਔਰ ਇਹ ਜਿਹੜਾ ਦਾਊਦ ਦਾ ਪਾਪ ਹੈ ਜਿਹੜਾ ਉਹ ਅੱਜ ਸਾਨੂੰ ਪੜਾਂਗੇ, ਲੇਕਿਨ ਮੈਂ ਰੈਫਰੈਂਸ ਦੱਸ ਦਿੰਦਾ ਕਿ 2 ਸੈਮੂਅਲ 12 ਬਾਬ ਦੀ 15 ਤੋਂ 18 ਹੈ। ਉਹ ਜਦੋਂ ਬੱਚਾ ਉਹਦੇ ਹੁੰਦਾ ਤੇ ਉਹ ਪਹਿਲੋਂ ਦੁਆਵਾਂ ਕਰਦਾ ਖੁਦਾ ਦੇ ਅੱਗੇ ਵੀ ਇਹ ਬੱਚਾ ਜਿੰਦਾ ਰਹੇ, ਲੇਕਿਨ ਨਹੀਂ ਉਹਦੀ ਸੁਣੀ ਨਹੀਂ ਗਈ। ਉਹਦਾ ਜਿਹੜਾ ਗੁਨਾਹ ਸੀਗਾ ਉਹਦੇ ਸਾਹਮਣੇ ਆ ਗਿਆ। ਔਰ ਜੋ ਇੱਥੇ ਕੰਪੇਅਰਿੰਗ ਇਹ ਆ ਕਿ ਇਹ ਜਿਹੜੇ 3 ਬੰਦੇ ਸੀ ਇਹ ਖੁਦਾ ਦੇ ਕਦਮਾਂ ਤੇ ਨਹੀਂ ਝੁਕੇ, ਲੇਕਿਨ ਦਾਊਦ ਨਬੀ ਆ ਜਿਹੜਾ ਇਹ ਖੁਦਾ ਦੇ ਕਦਮਾਂ ਦੇ ਵਿੱਚ ਝੁਕਿਆ। ਇਹਨੇ ਰੋ ਕੇ ਆਂਸੂਆਂ ਦੇ ਨਾਲ ਖੁਦਾ ਦੇ ਅੱਗੇ ਦੁਆ ਕੀਤੀ ਔਰ ਖੁਦਾ ਨੇ ਇਹਨੂੰ ਮਾਫ ਕਰ ਦਿੱਤਾ। ਔਰ ਅੱਜ ਮਤਲਬ ਬਹੁਤ ਜ਼ਿਆਦਾ ਪ੍ਰਭੂ ਯਿਸੂ ਮਸੀਹ ਨੂੰ ਦਾਊਦ ਦਾ ਅੰਸ਼, ਦਾਊਦ ਦੀ ਜੜ ਕਿਹਾ ਜਾਂਦਾ ਹੈ ਔਰ ਦਾਊਦ ਦੇ ਘਰਾਣੇ ਦੇ ਵਿੱਚੋਂ ਹੀ ਪ੍ਰਭੂ ਯਿਸੂ ਮਸੀਹ ਪੈਦਾ ਹੋਇਆ ਹੈ। ਇਸੇ ਤਰ੍ਹਾਂ ਬਾਕੀ ਦੇ ਸਾਰੇ ਚੇਲੇ ਜਿਹੜੇ ਆ
ਉਹਨਾਂ ਨੇ ਵੀ ਪ੍ਰਭੂ ਯਿਸੂ ਮਸੀਹ ਨੂੰ ਅਖੀਰ ਤੱਕ ਫੜੀ ਰੱਖਿਆ ਔਰ ਆਪਣਾ ਜੀਵਨ ਦਾ ਮੁਕਟ ਨਹੀਂ ਉਹਨਾਂ ਨੇ ਖੋਇਆ, ਲੇਕਿਨ ਇੱਕੋ ਹੀ ਚੱਲਿਆ ਸੀਗਾ ਯਹੂਦਾ ਇਸਕਰੀਤੀ। ਔਰ ਪ੍ਰਭੂ ਯਿਸੂ ਮਸੀਹ ਨੇ ਉਹਨੂੰ ਕਿਹਾ ਕਿ ਮੇਰੇ ਨਾਲ ਤਾਂ ਇਹ ਸਾਰਾ ਕੁਝ ਹੋਣਾ ਸੀ, ਵੀ ਇਸ ਤੋਂ ਚੰਗਾ ਸੀ ਕਿ ਤੂੰ ਪੈਦਾ ਹੀ ਨਾ ਹੁੰਦਾ। ਔਰ ਮੇਰੇ ਜਦੋਂ ਅੱਜ ਅਸੀਂ ਬੇਸ਼ੱਕ ਆਪਣੀ ਜ਼ਿੰਦਗੀ ਦੇ ਵਿੱਚੋਂ ਸਾਡੇ ਕੋਲ ਇਸ ਦੁਨੀਆ ਦੇ ਵਿੱਚ ਰਹਿੰਦੇ ਹੋਏ ਬਹੁਤ ਸਾਰੀਆਂ ਗੁਨਾਹ ਗਲਤੀਆਂ ਹੋ ਜਾਂਦੀਆਂ, ਅੱਜ ਸਾਨੂੰ ਜ਼ਰੂਰਤ ਹੈ ਕਿ ਅਸੀਂ ਖੁਦਾ ਦੇ ਅੱਗੇ रो रो के पश्चाताप करिए, बेशक किसी ना दसिए, लेकिन प्रभु यीशु मसीह सामने अपने गुनाहों का अपनी गलतियों का इकरार करिए और प्रभु यीशु मसीह सानू माफ करूगा और साडा वही अभिषेक पहलों वाला अभिषेक जिहड़ा सीगा पहलों वाला मसा वो सानू दुबारा वापस करूगा और फिर वो साडा जिहड़ा जीवन का मुकट है वो कहता कि जो कुछ तेरे कोल है इनू तकड़ाई नाल फड़ी रख तां जो तेरा जीवन का मुकट तेरे कोल कोई हो ना लवे। मेरे जो इस वर्ष का इस आयत का भेद आ जिहड़ी कि अज खुदा ने अजीब तरीके दे नाल मेरे उत्ते प्रगट की है और सो असी खुदा दे नाल वफादारी नाल आज्ञाकारी नाल चलते रहना और उहदे वचनां नूं हमेशा अपने मन दे विच जमा रखना तां जो खुदा दे पाक कलाम च लिखिआ कि जिहड़ा आखिरी साह तक खुदा दे नाल वफादारी नाल आज्ञाकारी नाल चलूगा उही प्रभु यीशु मसीह दे लायक आ और उही ही खुदा दा बादशाह दे विच जा सकदा, ओनू ही जीवन दा मुकट मिलूगा। सो इन्हां वचनां दे नाल खुदा तुहानूं सारिआं नूं बहुत सारी आशीष ते बरकत देवे।